ਸਤਨਾਮ ਸ਼੍ਰੀ ਵਾਹਿਗੁਰੂ ਜੀ। ਜਦੋਂ ਕਿਸੇ ਆਮ ਇਨਸਾਨ ਜਾਂ ਗਰੀਬ ਇਨਸਾਨ ਦੇ ਨਾਲ ਜਦੋਂ ਜ਼ਿੰਦਗੀ ਦੇ ਵਿੱਚ ਕੁਝ ਮਾੜਾ ਹੁੰਦਾ ਹੈ, ਉਹ ਇੱਕ ਗੱਲ ਜ਼ਰੂਰ ਸੋਚਦਾ ਹੈ ਕਿ ਪਰਮਾਤਮਾ ਮੇਰੇ ਨਾਲ ਨਹੀਂ ਹਨ। ਉਹ ਕਦੇ ਵੀ ਮੇਰੇ ਬਾਰੇ ਨਹੀਂ ਸੋਚਦੇ। ਉਹ ਹਮੇਸ਼ਾ ਹੀ ਮੈਨੂੰ ਦੁੱਖ ਤੇ ਤਕਲੀਫਾਂ ਦਿੰਦੇ ਹਨ। ਅਸਲ ਵਿੱਚ ਪਰਮਾਤਮਾ ਤੁਹਾਡੇ ਨਾਲ ਹੀ ਹੁੰਦੇ ਹਨ। ਕੁਝ ਸੰਕੇਤ ਤੁਹਾਨੂੰ ਦੱਸਾਂਗੇ ਕਿ ਪਰਮਾਤਮਾ ਤੁਹਾਨੂੰ ਕਿੰਨਾ ਪਿਆਰ ਕਰਦੇ ਹਨ। ਸਾਰੀ ਗੱਲ ਸੁਣਨ ਵਾਲੀ ਆ। ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ, ਤੁਹਾਨੂੰ ਸਾਰਾ ਕੁਝ ਸਮਝ ਆ ਜਾਊਗਾ। ਫਿਰ ਤੁਸੀਂ ਆਪ ਹੀ ਕਹਿਣਾ ਹੈ ਕਿ ਪਰਮਾਤਮਾ ਸਾਡੇ ਨਾਲ ਹੀ ਹਨ। ਸਭ ਤੋਂ ਪਹਿਲਾਂ ਇਹ ਸੰਕੇਤ ਹੈ ਕਿ ਤੁਸੀਂ ਜੋ ਵੀ ਕੰਮ ਕਰੋਗੇ, ਤੁਹਾਨੂੰ ਉਸ ਕੰਮ ਦੇ ਵਿੱਚ ਕਦੇ ਵੀ ਲਾਭ ਨਹੀਂ ਮਿਲਣਾ। ਇਹ ਗੱਲ ਸੁਣ ਕੇ ਤੁਹਾਨੂੰ ਥੋੜਾ ਅਜੀਬ ਲੱਗੂਗਾ, ਲੇਕਿਨ ਇਹ ਸੱਚਾਈ ਹੈ। ਤੁਸੀਂ ਜਿਹੜੇ ਮਰਜ਼ੀ ਕੰਮ ਨੂੰ ਹੱਥ ਪਾਓਗੇ, ਤੁਹਾਨੂੰ ਉਸ ਦੇ ਵਿੱਚ ਸਫਲਤਾ ਨਹੀਂ ਮਿਲਣੀ। ਇਹ ਗੱਲ ਇੱਕ ਵਾਰ ਨਹੀਂ, ਬਾਰ-ਬਾਰ ਹੋਊਗੀ। ਉਦੋਂ ਤੱਕ ਹੁੰਦਾ ਰਹੂਗਾ ਜਦੋਂ ਤੱਕ ਤੁਹਾਡੀ ਅੱਖ ਚੰਗੀ ਤਰ੍ਹਾਂ ਦੇ ਨਾਲ ਖੁੱਲ੍ਹ ਨਹੀਂ ਜਾਂਦੀ। ਦੂਸਰਾ ਸੰਕੇਤ ਇਹ ਹੈ ਕਿ ਤੁਹਾਨੂੰ ਜੋ ਆਪਣੇ ਉੱਪਰ ਥੋੜਾ ਬਹੁਤਾ ਵਿਸ਼ਵਾਸ ਹੈ, ਉਹ ਵੀ ਟੁੱਟ ਜਾਊਗਾ, ਖਤਮ ਹੋ ਜਾਊਗਾ। ਜਦੋਂ ਪਰਮਾਤਮਾ ਤੁਹਾਡੇ ਨਾਲ ਹੁੰਦੇ ਹਨ, ਉਸ ਟਾਈਮ ਤੁਹਾਨੂੰ ਬਹੁਤ ਇਕੱਲਾਪਨ ਮਹਿਸੂਸ ਹੁੰਦਾ ਹੈ। ਤੁਸੀਂ ਸਮਝ ਨਹੀਂ ਸਕੋਗੇ ਕਿ ਤੁਹਾਨੂੰ ਅੱਗੇ ਕੀ ਕਰਨਾ ਚਾਹੀਦਾ ਹੈ। ਤੁਹਾਨੂੰ ਇਸ ਤਰ੍ਹਾਂ ਲੱਗੂਗਾ ਕਿ ਹੁਣ ਮੇਰੀ ਮਦਦ ਕੋਈ ਨਹੀਂ ਕਰ ਸਕਦਾ। ਤੁਹਾਨੂੰ ਆਪਣੇ ਦੁੱਖ ਤਕਲੀਫ ਕਿਸੇ ਦੇ ਨਾਲ ਸਾਂਝੇ ਕਰਨ ਦਾ ਵੀ ਦਿਲ ਨਹੀਂ ਕਰੂਗਾ। ਜੇ ਤੁਸੀਂ ਕਿਸੇ ਨੂੰ ਦੱਸ ਵੀ ਦਿੰਦੇ ਆ ਤਾਂ ਉਸ ਦੇ ਲਈ ਇਹ ਇੱਕ ਛੋਟੀ ਜਿਹੀ ਗੱਲ ਹੋਊਗੀ। ਉਹ ਇਸ ਗੱਲ ਦੇ ਵੱਲ ਧਿਆਨ ਨਹੀਂ ਦਊਗਾ। ਪਰਮਾਤਮਾ ਦਾ ਤੀਜਾ ਸੰਕੇਤ ਇਹ ਹੈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਦੁੱਖ ਬਹੁਤ ਜ਼ਿਆਦਾ ਹੋਊਗਾ। ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੋਵੇਗਾ ਕਿ ਇਸ ਤੋਂ ਜ਼ਿਆਦਾ ਹੋਰ ਕੀ ਬੁਰਾ ਹੋ ਸਕਦਾ ਹੈ। ਤੁਸੀਂ ਦੁੱਖਾਂ ਨੂੰ ਮਹਿਸੂਸ ਕਰ ਲਿਆ ਹੋਵੇਗਾ। ਤੁਸੀਂ ਜੋ ਵੀ ਮਹਾਨ ਗੁਰੂ ਜਾਂ ਸੰਤ ਹੋਏ ਹਨ, ਤੁਸੀਂ ਉਹਨਾਂ ਦਾ ਜੀਵਨ ਦੇਖਿਆ ਹੋਵੇਗਾ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੇ ਦੁੱਖ ਦੇਖੇ ਹਨ, ਕਿਸ ਤਰ੍ਹਾਂ ਉਹਨਾਂ ਦੇ ਮਨ ਦੇ ਵਿੱਚ ਪਰਮਾਤਮਾ ਨੂੰ ਪਾਉਣ ਦੀ ਚਾਹਤ ਹੋਈ। ਉਹਨਾਂ ਨੇ ਕਿੰਨੇ ਦੁੱਖ ਝੱਲੇ ਆਪਣੀ ਜ਼ਿੰਦਗੀ ਦੇ ਵਿੱਚ। ਆਖਰ ਦੇ ਵਿੱਚ ਜਾ ਕੇ ਉਹਨਾਂ ਨੇ ਉਸ ਪਰਮਾਤਮਾ ਨੂੰ ਪਾ ਲਿਆ। ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਇਹਨਾਂ ਦੁੱਖਾਂ ਤੋਂ ਇਨਸਾਨ ਟੁੱਟ ਤਾਂ ਜਾਂਦਾ ਹੈ, ਲੇਕਿਨ ਇਹਨਾਂ ਦੁੱਖਾਂ ਦੇ ਕਰਕੇ ਹੀ ਉਸ ਪਰਮਾਤਮਾ ਦੇ ਨਾਲ ਪਿਆਰ ਵੀ ਹੋ ਜਾਂਦਾ ਹੈ। ਇਨਸਾਨ ਇਹ ਗੱਲ ਸਮਝ ਜਾਂਦਾ ਹੈ ਕਿ ਇਸ ਦੁਨੀਆ ਦੇ ਵਿੱਚ ਸਾਰੇ ਸੁੱਖ ਨਹੀਂ ਹਨ। ਦੁਨੀਆ ਤੇ ਕੁਝ ਹੋਰ ਵੀ ਹੈ ਜੋ ਇਸ ਦੁਨੀਆ ਤੋਂ ਅਲੱਗ ਹੈ। ਉਹ ਹੈ ਪਰਮਾਤਮਾ। ਸਭ ਤੋਂ ਪਹਿਲਾਂ ਪਰਮਾਤਮਾ ਸਾਨੂੰ ਹਾਰਨਾ ਹੀ ਸਿਖਾਉਂਦੇ ਹਨ। ਜਦੋਂ ਤੱਕ ਤੁਸੀਂ ਹਾਰ ਨੂੰ ਨਹੀਂ ਸਮਝ ਸਕਦੇ, ਉਦੋਂ ਤੱਕ ਤੁਸੀਂ ਜਿੱਤ ਨੂੰ ਵੀ ਨਹੀਂ ਸਮਝ ਸਕਦੇ। ਚੌਥਾ ਸੰਕੇਤ ਇਹ ਹੈ ਕਿ ਜਦੋਂ ਤੁਹਾਡੀਆਂ ਸਾਰੀਆਂ ਉਮੀਦਾਂ ਟੁੱਟ ਜਾਣਗੀਆਂ, ਫਿਰ ਤੁਹਾਡੇ ਅੰਦਰ ਇੱਕ ਖੋਜ ਸ਼ੁਰੂ ਹੋਊਗੀ। ਇਸ ਨਾਲ ਤੁਸੀਂ ਖੁਦ ਨੂੰ ਪਰਖਣਾ ਸ਼ੁਰੂ ਕਰੋਗੇ। ਇਸ ਨਾਲ ਤੁਸੀਂ ਆਪਣੇ ਆਪ ਨੂੰ ਪਰਖੋਗੇ। ਤੁਹਾਨੂੰ ਆਪਣੀਆਂ ਕਮੀਆਂ ਚੰਗਿਆਈਆਂ ਨੂੰ ਜਾਣਨ ਦੇ ਲਈ ਤੁਸੀਂ ਆਪਣੀ ਜੜ ਤੱਕ ਜਾਣ ਦਾ ਯਤਨ ਕਰੋਗੇ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਖੋਇਆ ਹੈ, ਜਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੱਥੇ ਘਾਟਾ ਖਾਦਾ ਹੈ, ਇਸ ਦਾ ਕੀ ਕਾਰਨ ਹੈ। ਇਹ ਪਤਾ ਕਰੋਗੇ। ਇਹੀ ਉਹ ਟਾਈਮ ਹੁੰਦਾ ਹੈ ਜਦੋਂ ਅਸੀਂ ਆਪਣੀ ਅੰਦਰ ਦੀ ਆਤਮਾ ਦੇ ਨਾਲ ਜੁੜ ਜਾਂਦੇ ਹਾਂ। ਫਿਰ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਹੈ। ਅਗਲਾ ਸੰਕੇਤ
ਹੁਣ ਤੁਹਾਡੇ ਜੀਵਨ ਦੇ ਵਿੱਚ ਤੁਹਾਡੇ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਜਾਊਗਾ। ਇਸ ਟਾਈਮ ਦੇ ਵਿੱਚ ਤੁਸੀਂ ਆਪਣੀਆਂ ਕਮੀਆਂ ਨੂੰ ਮਹਿਸੂਸ ਕਰ ਸਕਦੇ ਹੋ। ਫਿਰ ਤੁਸੀਂ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰ ਦਿੰਦੇ ਹੋ। ਫਿਰ ਤੁਸੀਂ ਪਹਿਲਾਂ ਨਾਲੋਂ ਸ਼ਾਂਤ ਰਹਿਣ ਲੱਗ ਜਾਂਦੇ ਹੋ। ਹਰ ਇੱਕ ਚੀਜ਼ ਨੂੰ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਦੇਖੋਗੇ। ਜਦੋਂ ਅਸੀਂ ਰੱਬ ਪਰਮਾਤਮਾ ਦੇ ਨਾਲ ਜੁੜਦੇ ਹਾਂ ਤਾਂ ਪਰਮਾਤਮਾ ਸਾਡਾ ਗੁਰੂ ਸਾਡੇ ਵਿੱਚ ਬਦਲਾਵ ਲੈ ਕੇ ਆਉਂਦਾ ਹੈ। ਉਹ ਸਾਡੀ ਜ਼ਿੰਦਗੀ ਦੇ ਵਿੱਚ ਪਰਿਵਰਤਨ ਲੈ ਕੇ ਆਉਂਦਾ ਹੈ ਤਾਂ ਕਿ ਅਸੀਂ ਉਸ ਨੂੰ ਸਮਝ ਸਕੀਏ। ਜਦੋਂ ਤੱਕ ਅਸੀਂ ਪਰਮਾਤਮਾ ਦੇ ਗੁਣਾਂ ਨੂੰ ਨਹੀਂ ਸਮਝ ਸਕਦੇ, ਉਦੋਂ ਤੱਕ ਅਸੀਂ ਪਰਮਾਤਮਾ ਦੇ ਉਸ ਪਿਆਰ ਨੂੰ ਵੀ ਨਹੀਂ ਸਮਝ ਸਕਦੇ। ਇਸ ਲਈ ਪਰਮਾਤਮਾ ਸਾਡੇ ਅੰਦਰ ਇੱਕ ਨਵਾਂ ਬਦਲਾਵ ਲੈ ਕੇ ਆਉਂਦੇ ਹਨ। ਉਹ ਸਾਨੂੰ ਆਪਣੀ ਭਾਸ਼ਾ ਸਮਝਾਉਂਦੇ ਹਨ, ਜਾਂ ਫਿਰ ਉਹ ਦੁੱਖ ਹੋਣ ਜਾਂ ਕੋਈ ਹੋਰ ਜ਼ਰੀਏ ਦੇ ਨਾਲ। ਅਗਲਾ ਸੰਕੇਤ ਇਹ ਉਹ ਵਕਤ ਹੋਵੇਗਾ ਜਦੋਂ ਤੁਸੀਂ ਬਦਲ ਚੁੱਕੇ ਹੋਵੋਗੇ ਜਾਂ ਬਦਲ ਰਹੇ ਹੋਵੋਗੇ। ਹੁਣ ਤੁਹਾਡਾ ਜ਼ਿੰਦਗੀ ਜੀਣ ਦਾ ਤਰੀਕਾ ਬਦਲ ਜਾਊਗਾ। ਜੋ ਕੁਝ ਤੁਹਾਡੇ ਆਲੇ ਦੁਆਲੇ ਜਾਂ ਬਾਹਰ ਹੋ ਰਿਹਾ ਹੈ ਉਸ ਦਾ ਤੁਹਾਡੇ ਉੱਤੇ ਕੋਈ ਅਸਰ ਨਹੀਂ ਹੋਊਗਾ। ਜੋ ਕੁਝ ਬਾਹਰ ਹੋ ਰਿਹਾ ਹੈ ਉਸ ਨੂੰ ਤੁਸੀਂ ਇੱਕ ਨਾਟਕ ਹੀ ਸਮਝੋਗੇ। ਇਹ ਜੋ ਸੰਸਾਰ ਹੈ ਇਹ ਤੁਹਾਨੂੰ ਇੱਕ ਨਾਟਕ ਹੀ ਲੱਗੇਗਾ। ਅਗਲਾ ਸੰਕੇਤ ਹੁਣ ਤੁਹਾਨੂੰ ਲੱਗੇਗਾ ਕਿ ਹੁਣ ਤੁਸੀਂ ਪਰਮਾਤਮਾ ਦੇ ਬਹੁਤ ਲਾਗੇ ਪਹੁੰਚ ਗਏ ਹਾਂ। ਇਸ ਟਾਈਮ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਝਟਕਾ ਲੱਗੇਗਾ। ਇਹ ਪਰਮਾਤਮਾ ਦੀ ਸਭ ਤੋਂ ਵੱਡੀ ਪ੍ਰੀਖਿਆ ਹੁੰਦੀ ਹੈ। ਇੱਥੇ ਆ ਕੇ ਤੁਹਾਡਾ ਸਾਰਾ ਕੁਝ ਦੇਖਿਆ ਜਾਵੇਗਾ। ਤੁਹਾਡੀ ਬੁੱਧੀ, ਤੁਹਾਡਾ ਆਤਮ ਵਿਸ਼ਵਾਸ ਤੋਲਿਆ ਜਾਵੇਗਾ। ਇਸ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਦੁੱਖ ਤੇ ਪਰੇਸ਼ਾਨੀਆਂ ਤੇ ਫਿਰ ਤੁਹਾਡੀ ਜ਼ਿੰਦਗੀ ਦੇ ਵਿੱਚ ਸੁੱਖ ਤੇ ਇੰਨਾ ਐਸ਼ੋ ਆਰਾਮ ਆ ਜਾਵੇਗਾ ਤੇ ਫਿਰ ਤੁਹਾਨੂੰ ਲੱਗੇਗਾ ਕਿ ਪਰਮਾਤਮਾ ਤਾਂ ਕੁਝ ਵੀ ਨਹੀਂ ਹੈ, ਪਰਮਾਤਮਾ ਤਾਂ ਝੂਠ ਹੈ, ਦਿਖਾਵਾ ਹੈ। ਇਹ ਸਮਾਂ ਤੁਹਾਨੂੰ ਪਰਖਣ ਵਾਲਾ ਹੁੰਦਾ ਹੈ। ਇਸ ਦੇ ਵਿੱਚ ਤੁਸੀਂ ਆਪਣੇ ਪਦ ਤੋਂ ਨਹੀਂ ਹਟੇ ਤਾਂ 8ਵੇਂ ਸੰਕੇਤ ਦੇ ਵਿੱਚ ਪਰਮਾਤਮਾ ਤੁਹਾਡੇ ਮੂਹਰੇ ਪ੍ਰਗਟ ਹੋ ਜਾਂਦੇ ਹਨ ਜਾਂ ਕਿਸੇ ਹੋਰ ਰੂਪ ਦੇ ਵਿੱਚ। ਅਗਲਾ ਸੰਕੇਤ ਇਹ ਇਸ ਤਰ੍ਹਾਂ ਦਾ ਹੁੰਦਾ ਹੈ, ਇਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਸਥਿਤੀ ਦੇ ਵਿੱਚ ਪਹੁੰਚਣ ਤੱਕ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਕਿ ਪਰਮਾਤਮਾ ਤੁਹਾਡੇ ਨਾਲ ਹੀ ਹੈ। ਤੁਸੀਂ ਉਸ ਨੂੰ ਹਮੇਸ਼ਾ ਆਪਣੇ ਨਾਲ ਹੀ ਮਹਿਸੂਸ ਕਰੋਗੇ। ਫਿਰ ਤੁਸੀਂ ਪਰਮਾਤਮਾ ਨੂੰ ਪਾ ਕੇ ਆਪਣੇ ਜੀਵਨ ਦੇ ਵਿੱਚ ਖੁਸ਼ ਰਹੋਗੇ। ਫਿਰ ਤੁਹਾਨੂੰ ਐਸੀ ਸ਼ਾਂਤੀ ਮਹਿਸੂਸ ਹੋਵੇਗੀ ਕਿ ਇਸ ਨੂੰ ਬੋਲ ਕੇ ਜਾਂ ਲਿਖ ਕੇ ਦੱਸਿਆ ਨਹੀਂ ਜਾ ਸਕਦਾ। ਗੁਰੂ ਪਿਆਰਿਓ, ਸਾਨੂੰ ਆਪਣੇ ਗੁਰੂ ਤੇ ਉਸ ਪਰਮਾਤਮਾ ਤੇ ਯਕੀਨ ਰੱਖਣਾ ਚਾਹੀਦਾ ਹੈ। ਉਹ ਸਾਨੂੰ ਕਿਸੇ ਗੱਲੋਂ ਡੋਲਣ ਨਹੀਂ ਦਿੰਦਾ ਹੈ। ਪਰਮਾਤਮਾ ਹਰ ਵੇਲੇ ਸਾਡੇ ਨਾਲ ਹੀ ਹੁੰਦਾ ਹੈ, ਪਰ ਸਾਨੂੰ ਇਸ ਗੱਲ ਦਾ ਹਮੇਸ਼ਾ ਭੁਲੇਖਾ ਹੀ ਰਹਿੰਦਾ ਹੈ ਕਿ ਪਰਮਾਤਮਾ ਸਾਡੀ ਨਹੀਂ ਸੁਣਦਾ। ਅਸੀਂ ਤਾਂ ਪਰਮਾਤਮਾ ਦਾ ਸਿਮਰਨ ਵੀ ਕਰਦੇ ਹਾਂ, ਫਿਰ ਵੀ ਉਹ ਸਾਡੀ ਨਹੀਂ ਸੁਣਦਾ। ਦੁੱਖ ਸਾਡੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੇ ਨਾਲ ਆਉਂਦਾ ਹੈ, ਪਰ ਤਕਲੀਫ ਇੱਕੋ ਜਿਹੀ ਹੀ ਹੁੰਦੀ ਹੈ। ਕਈ ਵਾਰੀ ਦੁੱਖ ਸਾਨੂੰ ਬਿਮਾਰੀ ਦੇ ਰੂਪ ਦੇ ਵਿੱਚ ਵੀ ਆਉਂਦਾ ਹੈ। ਕਈ ਵਾਰੀ ਦੁੱਖ ਸਾਨੂੰ ਆਪਣੀ ਸੰਤਾਨ ਦੇ ਕਰਕੇ ਵੀ ਆ ਜਾਂਦਾ ਹੈ। ਕਈ ਵਾਰੀ ਦੁੱਖ ਸਾਡੇ ਕੀਤੇ ਹੋਏ ਮਾੜੇ ਕਰਮਾਂ ਕਰਕੇ ਵੀ ਆ ਜਾਂਦਾ ਹੈ। ਜੇ ਅਸੀਂ ਆਪਣੇ ਗੁਰੂ ਦੇ ਲੜ ਲੱਗੇ ਹਾਂ, ਸਾਨੂੰ ਉਸ ਤੇ ਯਕੀਨ ਰੱਖਣਾ ਚਾਹੀਦਾ ਹੈ। ਉਹ ਹਰ ਸੁੱਖ ਦੁੱਖ ਦੇ ਵਿੱਚ ਸਾਡੇ ਨਾਲ ਸਹਾਈ ਹੁੰਦਾ ਹੈ। ਕਈ ਵਾਰੀ ਸਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਘਟ ਜਾਂਦੀਆਂ ਹਨ ਕਿ ਸਾਨੂੰ ਪਰਮਾਤਮਾ ਆਪਣੇ ਗੁਰੂ ਦੇ ਹੋਣੇ ਦਾ ਅਹਿਸਾਸ ਹੁੰਦਾ ਹੈ
ਕਿਉਂਕਿ ਪਰਮਾਤਮਾ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ। ਸਾਨੂੰ ਆਪਣੇ ਗੁਰੂ ਦੇ ਉੱਤੇ ਹਮੇਸ਼ਾ ਯਕੀਨ ਰੱਖਣਾ ਚਾਹੀਦਾ ਹੈ। ਸਤਿਨਾਮ ਸ੍ਰੀ ਵਾਹਿਗੁਰੂ ਜੀ।